ਪੰਜਾਬੀ 94ਵੀਂ ਜਮਾਤ 12ਵੀਂ ਦੇ ਵਿਦਿਆਰਥੀਓ, ਅੱਜ ਅਸੀਂ ਗਲਪ ਭਾਵ ਨਾਵਲ ਅਤੇ ਕਹਾਣੀ ਅਤੇ ਨਾਟਕ, ਜਿਹਦੇ ਵਿੱਚ ਨਾਟਕ ਅਤੇ ਇਕਾਂਗੀ ਆਉਂਦੇ ਆ, ਉਹਨਾਂ ਦੇ ਬਣਤਰੀ ਪੱਖ ਦੇ ਬਾਰੇ ਵਿਚਾਰ ਕਰਾਂਗੇ। ਜਿਹੜਾ ਸਾਹਿਤ ਹੈ, ਇਹਦੇ ਜਿਹੜੇ ਰੂਪ ਨੇ, ਇਹਨਾਂ ਦੀ ਬਣਤਰ ਜਿਹੜੀ ਹੈ ਉਹਦੇ 'ਚ ਕਿਹੜੇ ਕਿਹੜੇ ਤੱਤ ਸਹਾਈ ਹੁੰਦੇ ਨੇ। ਪਹਿਲਾਂ ਤਾਂ ਸਮਝ ਲਓ ਗਲਪ ਕੀ ਹੈ। ਨਾਵਲ ਅਤੇ ਕਹਾਣੀ ਨੂੰ ਅਸੀਂ ਗਲਪ ਕਹਿੰਦੇ ਹਾਂ, ਠੀਕ ਹੈ। ਜਿਹੜਾ ਦ੍ਰਿਸ਼ ਕਾਵ ਹੈ ਸਾਡਾ, ਜਿਹਨੂੰ ਅਸੀਂ ਮੰਚ ਉੱਤੇ, ਚਾਹੇ ਉਹ ਮਨ ਦਾ ਮੰਚ ਹੈ, ਚਾਹੇ ਉਹ ਭੌਤਿਕ ਰੰਗ ਮੰਚ ਹੈ, ਸਟੇਜ ਹੈ, ਜਿਹਦੇ 'ਤੇ ਅਸੀਂ ਕਿਸੇ ਵੀ ਸਾਹਿਤਕ ਕਿਰਤ ਨੂੰ ਜਦੋਂ ਅਸੀਂ ਉਹਦੇ 'ਤੇ ਦੇਖਦੇ ਹਾਂ ਤਾਂ ਉਹ ਸਾਡੇ ਅੱਖਾਂ ਰਾਹੀਂ ਅਸੀਂ ਉਹਨੂੰ ਗ੍ਰਹਿਣ ਕਰਦੇ ਹਾਂ, ਹਾਸਲ ਕਰਦੇ ਹਾਂ, ਅਤੇ ਉਹਨੂੰ ਅਸੀਂ ਦ੍ਰਿਸ਼ ਕਾਵ ਕਹਿੰਦੇ ਹਾਂ। ਸੋ ਨਾਟਕ ਜਿਹੜਾ ਹੈ ਇੱਕ ਦ੍ਰਿਸ਼ ਕਾਵ ਹੈ, ਅਤੇ ਨਾਟਕ ਦੇ ਵਿੱਚ ਨਾਟਕ ਅਤੇ ਇਕਾਂਗੀ ਜਿਹੜੇ ਹੈ ਇਹ ਦੋਨੋਂ ਆ ਜਾਂਦੇ ਆ। ਹੁਣ ਨਾਵਲ ਕੀ ਹੈ? ਨਾਵਲ ਇੱਕ ਬਹੁਤ ਲੰਮੀ ਕਹਾਣੀ ਹੈ। ਇਹਦੇ ਵਿੱਚ ਕਈ ਛੋਟੀਆਂ ਛੋਟੀਆਂ ਕਹਾਣੀਆਂ ਮਿਲ ਕੇ ਇੱਕ ਸਮੁੱਚੀ ਲੰਮੀ ਕਹਾਣੀ ਬਣ ਜਾਂਦੀ ਹੈ, ਇਹਨੂੰ ਅਸੀਂ ਨਾਵਲ ਕਹਿ ਦਿੰਦੇ ਹਾਂ। ਕਹਾਣੀ ਕੀ ਹੈ? ਕਹਾਣੀ ਇੱਕ ਛੋਟੀ ਕਥਾ ਹੈ ਜਿਹੜੀ ਕਿ ਇੱਕੋ ਸਿਟਿੰਗ ਦੇ ਵਿੱਚ ਇੱਕੋ ਵਾਰ ਬੈਠ ਕੇ ਆਪਾਂ ਪੜ੍ਹ ਲੈਂਦੇ ਹਾਂ, ਠੀਕ ਹੈ। ਨਾਟਕ ਕੀ ਹੈ? ਨਾਟਕ ਕੀ ਹੈ ਕਿ ਕੋਈ ਕਥਾ ਹੈ, ਕੋਈ ਕਹਾਣੀ ਹੈ, ਉਸ ਨੂੰ ਪਾਤਰਾਂ ਦੇ ਰਾਹੀਂ ਪਾਤਰ ਆਪ ਖੁਦ ਅਭਿਨੈ ਕਰਕੇ, ਐਕਟਿੰਗ ਕਰਕੇ ਮੰਚ ਦੇ ਉੱਤੇ ਉਹਨੂੰ ਸਾਕਾਰ ਕਰਦੇ ਨੇ। ਇਕਾਂਗੀ ਵੀ ਇਹੀ ਚੀਜ਼ ਹੈ। ਨਾਟਕ ਵੱਡਾ ਹੁੰਦਾ ਹੈ, ਇਕਾਂਗੀ ਛੋਟੀ ਹੁੰਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਇਕਾਂਗੀ ਜਿਹੜੀ ਹੈ ਉਹ ਨਾਟਕ ਦਾ ਇੱਕ ਛੋਟਾ ਅੰਗ ਹੈ, ਇਹ ਬਿਲਕੁਲ ਨਹੀਂ ਸਮਝਣਾ। ਨਾਟਕ ਆਪਣੇ ਆਪ ਵਿੱਚ ਸੁਤੰਤਰ ਕਾਵਿ ਰੂਪ ਹੈ, ਸਾਹਿਤ ਰੂਪ ਹੈ, ਕਿਉਂਕਿ ਪੁਰਾਣੇ ਸਮੇਂ 'ਚ ਸਾਹਿਤ ਨੂੰ ਕਾਵਿ ਕਿਹਾ ਜਾਂਦਾ ਸੀ, ਇਸ ਲਈ ਮੈਂ ਕਾਵਿ ਰੂਪ ਸ਼ਬਦ ਵਰਤਿਆ। ਨਾਟਕ ਇੱਕ ਆਪਣੇ ਆਪ 'ਚ ਸੁਤੰਤਰ ਰੂਪ ਹੈ, ਸਾਹਿਤ ਰੂਪ ਹੈ। ਇਕਾਂਗੀ ਆਪਣੇ ਆਪ 'ਚ ਸੁਤੰਤਰ ਰੂਪ ਹੈ। ਇਹ ਨਾਟਕ ਦਾ ਕੱਟਿਆ ਹੋਇਆ ਅੰਗ ਜਾਂ ਛੋਟਾ ਅੰਗ ਨਹੀਂ ਹੈ, ਠੀਕ ਹੈ। ਜਿੱਦਾਂ ਕੋਈ ਮੁਲਕ ਹੈ, ਕੋਈ ਦੇਸ਼ ਹੈ, ਚਾਹੇ ਉਹ ਹਿੰਦੁਸਤਾਨ ਵਰਗਾ ਵੱਡਾ ਦੇਸ਼ ਹੈ, ਉਹ ਵੀ ਆਪਣੇ ਆਪ 'ਚ ਪੂਰਾ ਦੇਸ਼ ਹੈ, ਅਤੇ ਚਾਹੇ ਉਹ ਛੋਟਾ ਜਿਹਾ ਨੇਪਾਲ ਹੈ, ਉਹ ਵੀ ਆਪਣੇ ਆਪ 'ਚ ਪੂਰਾ ਦੇਸ਼ ਹੈ। ਸੋ ਇਕਾਂਗੀ ਆਪਣੇ ਆਪ ਦੇ ਵਿੱਚ ਸੰਪੂਰਨ ਹੈ। ਅੱਜ ਆਪਾਂ ਇਹਨਾਂ ਦੀ ਬਣਤਰ ਦੇ ਉੱਤੇ ਗੱਲ ਕਰ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਕੀ ਦੇਖਦੇ ਹਾਂ, ਧਿਆਨ ਦਿਓ ਸਕਰੀਨ 'ਤੇ। ਨਾਵਲ ਕੀ ਹੈ? ਨਾਵਲ ਨਾਵਾਂ, ਥਾਵਾਂ ਅਤੇ ਘਟਨਾਵਾਂ ਦਾ ਬਿਰਤਾਂਤਕ ਵਿਵਰਣ ਹੈ। ਨਾਂ ਹੁੰਦੇ ਨੇ, ਥਾਵਾਂ ਹੁੰਦੀਆਂ ਨੇ, ਘਟਨਾਵਾਂ ਹੁੰਦੀਆਂ ਨੇ, ਅਤੇ ਉਹਨਾਂ ਨੂੰ ਬਿਰਤਾਂਤ ਵਿੱਚ, ਇੱਕ ਕਥਾ ਪ੍ਰਵਾਹ ਦੇ ਵਿੱਚ ਉਹਨਾਂ ਦਾ ਬਿਆਨ ਜਿਹੜਾ ਹੈ ਉਹ ਨਾਵਲ ਹੈ। ਕਹਾਣੀ ਕੀ ਹੈ? ਜੀਵਨ ਚੁਰਸਤੇ 'ਤੇ ਲੱਗੀ ਤ੍ਰੈ ਪੱਖੀ ਬੱਤੀ ਹੈ, ਸ਼ਾਹਰਾਹ ਨਹੀਂ। ਸ਼ਾਹਰਾਹ ਹੁੰਦਾ ਮੁੱਖ ਰਾਹ, ਜਿਹੜਾ ਸ਼ਾਹਰਾਹ ਵੱਡੀ ਸੜਕ। ਇਹ ਜੀਵਨ ਚੁਰਸਤੇ ਦੇ ਉੱਤੇ ਲੱਗੀ ਤ੍ਰੈ ਪੱਖੀ ਬੱਤੀ ਹੈ। ਇਹਨੇ ਪਤਾ ਹੀ ਨਹੀਂ ਕਿਹੜੇ ਪਾਸੇ ਨੂੰ ਮੋੜ ਕੱਟ ਜਾਣਾ ਹੁੰਦਾ, ਇਸੇ ਕਰਕੇ ਕਹਾਣੀਆਂ ਵਿੱਚ ਦਿਲਚਸਪੀਆਂ ਬਣੀਆਂ ਰਹਿੰਦੀਆਂ ਨੇ। ਨਾਟਕ ਤੇ ਇਕਾਂਗੀ ਕੀ ਹੈ? ਇਹ ਜਿਹੜਾ ਭੌਤਿਕ ਜਾਂ ਮਾਨਸਿਕ ਰੰਗਮੰਚ, ਰੰਗਮੰਚ ਹੁੰਦਾ ਸਟੇਜ, ਭੌਤਿਕ ਜਿਵੇਂ ਆਪਣੇ ਸਕੂਲਾਂ, ਕਾਲਜਾਂ, ਪਿੰਡਾਂ, ਸ਼ਹਿਰਾਂ ਦੇ ਵਿੱਚ ਥੀਏਟਰ ਬਣੇ ਆ, ਸਟੇਜਸ ਬਣੀਆਂ ਹੁੰਦੀਆਂ ਨੇ। ਸੋ ਭੌਤਿਕ ਅਤੇ ਮਾਨਸਿਕ ਰੰਗਮੰਚ ਉੱਤੇ ਸਾਕਾਰ ਹੋਣ ਵਾਲੀ ਇਹ ਦ੍ਰਿਸ਼ ਕਾਵਿ ਹੈ। ਇਹ ਇੱਕ ਉਹ ਸਾਹਿਤ ਰੂਪ ਹੈ ਜਿਹਨੂੰ ਅਸੀਂ ਦੇਖ ਸਕਦੇ ਹਾਂ, ਅੱਖਾਂ ਦੇ ਨਾਲ ਦੇਖ ਸਕਦੇ ਹਾਂ। ਸੋ ਸਾਨੂੰ ਨਾਵਲ ਦਾ ਵੀ ਪਤਾ ਲੱਗ ਗਿਆ, ਕਹਾਣੀ ਦਾ ਵੀ ਪਤਾ ਲੱਗ ਗਿਆ, ਨਾਟਕ ਦਾ ਵੀ ਲੱਗ ਗਿਆ, ਅਤੇ ਇਕਾਂਗੀ ਦਾ ਵੀ ਲੱਗ ਗਿਆ। ਨਾਟਕ ਅਤੇ ਇਕਾਂਗੀ ਦਾ ਫਰਕ ਅਸੀਂ ਪਹਿਲਾਂ ਹੀ ਜਾਣ ਲਿਆ। ਹੁਣ ਇਹਨਾਂ ਸਾਰਿਆਂ ਦੀ ਜਿਹੜੀ ਬਣਤਰ ਹੈ, ਉਹਦੇ ਵਿੱਚ ਕਿਹੜੇ ਕਿਹੜੇ ਤੱਤ ਸਹਾਈ ਹੁੰਦੇ ਨੇ। ਨਾਵਲ, ਕਹਾਣੀ, ਨਾਟਕ ਅਤੇ ਇਕਾਂਗੀ ਦੀ ਬਣਤਰ ਦੇ ਵਿੱਚ ਜਿਹੜੇ ਤੱਤ ਵਿਸ਼ੇਸ਼ ਤੌਰ 'ਤੇ ਸਹਾਈ ਹੁੰਦੇ ਨੇ, ਉਹ ਕੀ ਨੇ? ਪਹਿਲਾ ਹੈ ਉਦੇਸ਼, ਦੂਜਾ ਹੈ ਵਿਸ਼ਾ, ਤੀਜਾ ਹੈ ਪਲਾਟ, ਚੌਥਾ ਹੈ ਪਾਤਰ, ਪੰਜਵਾਂ ਹੈ ਵਾਰਤਾਲਾਪ ਜਾਂ ਬੋਲੀ, ਛੇਵਾਂ ਹੈ ਵਾਤਾਵਰਣ, ਸੱਤਵਾਂ ਹੈ ਸ਼ੈਲੀ ਜਾਂ ਜੁਗਤ, ਅੱਠਵਾਂ ਹੈ ਸਿਰਲੇਖ। ਪਰ ਜੇ ਨਾਟਕ ਅਤੇ ਇਕਾਂਗੀ ਦੀ ਗੱਲ ਸਪੈਸ਼ਲ ਕਰੀਏ, ਖਾਸ ਤੌਰ 'ਤੇ ਕਰੀਏ, ਤਾਂ ਇਹਦੇ ਵਿੱਚ ਅਸੀਂ ਰੰਗਮੰਚ ਨੂੰ ਨਾਲ ਜ਼ਰੂਰ ਲੈਣਾ। ਜਿਹੜੀਆਂ ਕਹਾਣੀ ਅਤੇ ਨਾਵਲ ਦੀਆਂ ਬਣਤਰਾਂ ਨੇ, ਉਹਨਾਂ ਦੇ ਵਿੱਚ ਅਸੀਂ ਰੰਗਮੰਚ ਨੂੰ ਸ਼ਾਮਲ ਨਹੀਂ ਕਰਦੇ। ਪਰ ਜਦੋਂ ਨਾਟਕ ਅਤੇ ਇਕਾਂਗੀ ਦੀ ਗੱਲ ਅਸੀਂ ਕਰਾਂਗੇ, ਇਹਦਾ ਸਵਾਲ ਅਸੀਂ ਅਟੈਂਪਟ ਕਰਾਂਗੇ, ਇਹਦੇ ਬਾਰੇ ਜਾਣਾਂਗੇ ਜਾਂ ਲਿਖਾਂਗੇ, ਤਾਂ ਅਸੀਂ ਸਾਰੇ ਪੁਆਇੰਟ ਲਿਖਾਂਗੇ ਅਤੇ ਨਾਲ 9ਵਾਂ ਪੁਆਇੰਟ ਇੱਕ ਹੋਰ ਲਿਖਾਂਗੇ, ਰੰਗਮੰਚ। ਰੰਗਮੰਚ ਦਾ ਮਤਲਬ ਸਟੇਜ। ਰੰਗਮੰਚ ਦਾ ਮਤਲਬ ਕੀ ਹੈ? ਸਟੇਜ। ਚਾਹੇ ਅਸੀਂ ਨਾਟਕ ਨੂੰ ਪੜ੍ਹੀਏ ਤਾਂ ਉਹ ਸਾਡੇ ਮਨ ਦੇ ਰੰਗਮੰਚ ਦੇ ਉੱਤੇ ਸਾਕਾਰ ਹੋ ਰਿਹਾ ਹੁੰਦਾ, ਅਤੇ ਜੇ ਅਸੀਂ ਉਹਨੂੰ ਦੇਖੀਏ ਤਾਂ ਉਹ ਕਿਸੇ ਸਟੇਜ ਦੇ ਉੱਤੇ ਖੇਡਿਆ ਜਾ ਰਿਹਾ ਹੁੰਦਾ। ਸੋ ਇੰਨਾ ਤੁਹਾਨੂੰ ਸਮਝ ਆ ਗਿਆ? ਅਤੇ ਜੇ ਆ ਗਿਆ ਤਾਂ ਆਪਾਂ ਅੱਗੇ ਚੱਲਦੇ ਹਾਂ। ਹੁਣ ਦੇਖੋ ਇਹਨਾਂ ਪੁਆਇੰਟਸ ਨੂੰ ਐਕਸਪਲੇਨ ਕਿਵੇਂ ਕਰਨਾ। ਪਹਿਲੀ ਗੱਲ, ਉਦੇਸ਼। ਹਰ ਸਾਹਿਤਕਾਰ ਦੀ ਸਿਰਜਣਾ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ। ਜੇ ਕੋਈ ਉਦੇਸ਼ ਹੀ ਨਾ ਹੋਵੇ ਤਾਂ ਸਾਹਿਤਕਾਰ ਰਚਨਾ ਹੀ ਨਾ ਕਰੇ। ਦੂਜਾ ਹੈ ਵਿਸ਼ਾ। ਹੁਣ ਜਿਸ ਤਰ੍ਹਾਂ ਦਾ ਉਦੇਸ਼ ਹੁੰਦਾ,
ਉਸ ਅਨੁਸਾਰ ਹੀ ਸਾਹਿਤਕਾਰ ਵਿਸ਼ੇ ਦੀ ਚੋਣ ਕਰਦਾ ਹੈ। ਜੋ ਸਮਾਜ ਵਿੱਚ ਵਾਪਰਦਾ, ਵਾਪਰ ਚੁੱਕਾ ਹੁੰਦਾ ਜਾਂ ਵਾਪਰਨ ਵਾਲਾ ਹੁੰਦਾ, ਉਹ ਆਪਣੀ ਕਲਪਨਾ ਅਤੇ ਆਪਣੇ ਅਨੁਭਵ ਦੇ ਆਧਾਰ ਦੇ ਉੱਤੇ ਉਸ ਤਰ੍ਹਾਂ ਦੇ ਵਿਸ਼ੇ ਚੁਣਦਾ ਹੈ। ਵਿਸ਼ਾ ਕੋਈ ਸਮਾਜਿਕ ਵੀ ਹੋ ਸਕਦਾ, ਸੱਭਿਆਚਾਰਕ, ਰਾਜਨੀਤਿਕ, ਇਤਿਹਾਸਕ, ਕਿਸੇ ਵੀ ਤਰ੍ਹਾਂ ਦਾ। ਪਲਾਟ ਜਾਂ ਗੋਂਦ, ਹੁਣ ਜਿਹੜਾ ਚੁਣਿਆ ਹੋਇਆ ਵਿਸ਼ਾ ਹੈ ਉਹਨੂੰ ਗੋਂਦ ਵਿੱਚ ਗੁੰਦ ਕੇ ਤਰਤੀਬ ਨਾਲ ਪੇਸ਼ ਕੀਤਾ ਜਾਂਦਾ। ਤੁਸੀਂ ਨੋਟ ਕੀਤਾ ਹੋਣਾ ਕਈ ਵਾਰੀ ਜਿਹੜੇ ਤੁਸੀਂ ਨਾਟਕ ਟੀਵੀ 'ਤੇ ਦੇਖਦੇ ਹੋ ਜਾਂ ਸੀਰੀਅਲ ਦੇਖਦੇ ਹੋ, ਉਹਨਾਂ ਦੇ ਵਿੱਚ ਪਹਿਲਾਂ ਕਿਸੇ ਦੀ ਮੌਤ ਦਿਖਾ ਦਿੱਤੀ ਜਾਂਦੀ ਹੈ, ਫਿਰ ਉਹਦੀ ਜੇਬ ਵਿੱਚੋਂ ਕੋਈ ਡਾਇਰੀ ਨਿਕਲਦੀ ਹੈ, ਡਾਇਰੀ ਦੇ ਜਿਵੇਂ ਜਿਵੇਂ ਪੰਨੇ ਫੋਲੇ ਜਾਂਦੇ ਨੇ ਤਿਉਂ ਕੀ ਹੁੰਦਾ, ਉਹਦੀ ਕਹਾਣੀ ਜ਼ਿੰਦਗੀ ਦੀ ਅੱਗੇ ਤੁਰ ਪੈਂਦੀ ਹੈ। ਉਹ ਫਲੈਸ਼ਬੈਕ ਟੈਕਨੀਕ ਹੋ ਗਈ। ਹੁਣ ਜੇ ਉਹ ਸਿੱਧੀ ਕਹਾਣੀ ਨੂੰ ਪੇਸ਼ ਕਰਦੇ ਹਨ ਤਾਂ ਉਹ 'ਚ ਕੋਈ ਸਵਾਦ ਨਹੀਂ ਰਹਿੰਦਾ। ਸੋ ਪਲਾਟ ਕੀ ਹੈ, ਵਿਸ਼ੇ ਨੂੰ ਗੁੰਦ ਕੇ ਪੇਸ਼ ਕੀਤਾ ਜਾਂਦਾ ਹੈ, ਇਹਨੂੰ ਅਸੀਂ ਪਲਾਟ ਕਹਿ ਦਿੰਦੇ ਹਾਂ ਜਾਂ ਗੋਂਦ ਕਹਿ ਦਿੰਦੇ ਹਾਂ। ਅਗਲੀ ਸਲਾਈਡ 'ਤੇ ਚੱਲਦੇ ਹਾਂ। ਇਹ ਹੈ ਜੀ ਪਾਤਰ। ਹੁਣ ਉਦੇਸ਼ ਦੇ ਅਨੁਸਾਰ ਵਿਸ਼ਾ ਚੁਣ ਲਿਆ, ਵਿਸ਼ੇ ਦੇ ਅਨੁਸਾਰ ਪਲਾਟ ਚੁਣ ਲਿਆ, ਅਤੇ ਪਲਾਟ ਜਿਹੜਾ ਹੈਗਾ ਜੋ ਗੋਂਦ ਗੁੰਦੀ ਹੈ ਉਸ ਕਹਾਣੀ ਨੂੰ ਸਾਕਾਰ ਕਰਨ ਲਈ ਪਾਤਰ ਹੋਣੇ ਜ਼ਰੂਰੀ ਨੇ, ਕਰੈਕਟਰਸ ਹੋਣੇ ਜ਼ਰੂਰੀ ਨੇ। ਉਹ ਚਾਹੇ ਸਾਡੇ ਮਨ ਦੇ ਵਿੱਚ, ਸਾਡੇ ਮਨ ਦਾ ਰੰਗਮੰਚ ਹੈ, ਚਾਹੇ ਉਹਦੇ ਵਿੱਚ ਅਦਾਕਾਰੀ ਕਰਨ ਅਤੇ ਚਾਹੇ ਉਹ ਸਾਹਮਣੇ ਸਟੇਜ 'ਤੇ ਅਦਾਕਾਰੀ ਕਰਨ। ਨਾਟਕ ਦੇ ਵਿੱਚ, ਇਕਾਂਗੀ ਦੇ ਵਿੱਚ, ਨਾਵਲ ਦੇ ਵਿੱਚ, ਕਹਾਣੀ ਦੇ ਵਿੱਚ, ਸਾਰਿਆਂ ਦੇ ਵਿੱਚ ਪਾਤਰ ਜ਼ਰੂਰ ਹੁੰਦੇ ਨੇ। ਉਹ ਸਿਰਜਕ, ਸਮਾਜਿਕ, ਕਾਲਪਨਿਕ, ਕਈ ਤਰ੍ਹਾਂ ਦੇ ਪਾਤਰ ਹੋ ਸਕਦੇ ਆ। ਧਾਰਮਿਕ ਪਾਤਰ, ਜੇ ਕਿਸੇ ਗੁਰੂ ਦੇ ਉੱਤੇ ਆ ਤਾਂ ਉਹ ਧਾਰਮਿਕ ਪਾਤਰ ਹੋ ਗਿਆ, ਕੋਈ ਕਿਸੇ ਦੇਸ਼ ਭਗਤ ਦੇ ਉੱਤੇ ਆ ਅਤੇ ਉਹ ਆਜ਼ਾਦੀ ਸੰਗਰਾਮੀ ਇਤਿਹਾਸਕ ਪਾਤਰ ਹੋ ਗਿਆ, ਠੀਕ ਹੈ। ਜੇ ਕੋਈ ਪਰੀ ਆਉਂਦੀ ਹੈ ਉਹਦੇ ਵਿੱਚ ਤਾਂ ਉਹ ਕਾਲਪਨਿਕ ਪਾਤਰ ਹੋ ਗਿਆ। ਕਈ ਤਰ੍ਹਾਂ ਦੇ ਪਾਤਰ ਨਾਟਕ ਦੇ ਵਿੱਚ, ਇਕਾਂਗੀ ਦੇ ਵਿੱਚ, ਨਾਵਲ ਦੇ ਵਿੱਚ, ਕਹਾਣੀ ਦੇ ਵਿੱਚ ਹੁੰਦੇ ਨੇ। ਹੁਣ ਪਾਤਰ ਜੇ ਬੋਲਣ ਹੀ ਨਾ, ਜੇ ਉਹ ਬੋਲਣ ਹੀ ਨਾ ਤਾਂ ਉਹ ਤੁਹਾਨੂੰ ਚੰਗੇ ਨਹੀਂ ਲੱਗਣਗੇ, ਉਹਨਾਂ ਦੀ ਗੱਲ ਵੀ ਨਹੀਂ ਸਮਝ ਆਏਗੀ, ਠੀਕ ਹੈ। ਇੱਕ ਮਾਈਮ ਹੁੰਦੀ ਹੈ ਜਿਹਦੇ ਵਿੱਚ ਐਕਸ਼ਨ ਦੇ ਰਾਹੀਂ ਕਈ ਗੱਲਾਂ ਦੱਸ ਦਿੱਤੀਆਂ ਜਾਂਦੀਆਂ ਨੇ, ਪਰ ਐਕਸ਼ਨਾਂ ਦੀ ਭਾਸ਼ਾ ਬਹੁਤੀ ਵਿਆਪਕ ਨਹੀਂ ਹੁੰਦੀ। ਹੁਣ ਪਾਤਰ ਨੇ, ਉਹਨਾਂ ਲਈ ਵਾਰਤਾਲਾਪ ਦੀ ਜ਼ਰੂਰਤ ਹੈ, ਇੱਕ ਦੂਜੇ ਨਾਲ ਗੱਲਬਾਤ ਕਰਦੇ ਨੇ, ਡਾਇਲੋਗ ਕਰਦੇ ਨੇ, ਅਤੇ ਵਾਰਤਾਲਾਪ ਕਿਹੋ ਜਿਹੇ ਹੋਣੇ ਚਾਹੀਦੇ ਨੇ, ਡਾਇਲੋਗ ਕਿਹੋ ਜਿਹੇ ਹੋਣੇ ਚਾਹੀਦੇ ਨੇ, ਪਾਤਰਾਂ ਦੀ ਸਥਿਤੀ ਜਾਂ ਕਥਾ ਮੁਤਾਬਕ। ਅਤੇ ਕਈਆਂ ਦੇ ਵਿੱਚ ਆਂਚਲਿਕਤਾ ਵੀ ਹੁੰਦੀ ਹੈ। ਆਂਚਲਿਕਤਾ ਕੀ ਹੈ? ਸਥਾਨਕ ਰੰਗਣ। ਹੁਣ ਜੇ ਪਾਤਰ ਦੁਆਬੇ ਦੇ ਨੇ ਤਾਂ ਦੁਆਬੀ ਦੇ ਵਿੱਚ ਗੱਲ ਕਰਨਗੇ, ਜੇ ਪਾਤਰ ਮਾਝੇ ਦੇ ਨੇ ਤਾਂ ਮਾਝੀ ਵਿੱਚ ਗੱਲ ਕਰਨਗੇ, ਜੇ ਪਾਤਰ ਜਿਹੜੇ ਆ ਉਹ ਪੋਠੋਹਾਰ ਦੇ ਨੇ ਤਾਂ ਪੋਠੋਹਾਰੀ 'ਚ ਗੱਲ ਕਰਨਗੇ, ਜੇ ਪੜ੍ਹੇ ਲਿਖੇ ਨੇ ਤਾਂ ਪੜ੍ਹੇ ਲਿਖਿਆਂ ਦੀ ਤਰ੍ਹਾਂ ਬੋਲਣਗੇ, ਜੇ ਅਨਪੜ੍ਹ ਨੇ ਤਾਂ ਅਨਪੜ੍ਹਾਂ ਦੀ ਤਰ੍ਹਾਂ ਬੋਲਣਗੇ। ਸੋ ਜਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਹਨਾਂ ਦੇ ਅਨੁਸਾਰ ਹੀ ਉਹਨਾਂ ਦੀ ਵਾਰਤਾਲਾਪ ਹੋਏਗੀ। ਹੁਣ ਅਸੀਂ ਕੀ ਸਿੱਖਿਆ? ਪਹਿਲੇ ਨੰਬਰ 'ਤੇ ਕਿਸੇ ਵੀ ਸਾਹਿਤਕਾਰ ਦਾ, ਚਾਹੇ ਉਹ ਨਾਟਕ ਲਿਖਦਾ, ਇਕਾਂਗੀ ਲਿਖਦਾ, ਨਾਵਲ ਲਿਖਦਾ, ਕਹਾਣੀ ਲਿਖਦਾ, ਇੱਕ ਉਦੇਸ਼ ਹੋਏਗਾ। ਉਦੇਸ਼ ਦੇ ਅਨੁਸਾਰ ਹੀ ਉਹ ਵਿਸ਼ਾ ਚੁਣੇਗਾ। ਵਿਸ਼ੇ ਨੂੰ ਗੁੰਦ ਕੇ ਪਲਾਟ ਦੇ ਵਿੱਚ ਉਹ ਪੇਸ਼ ਕਰੇਗਾ। ਪਲਾਟ ਨੂੰ ਅੱਗੇ ਤੋਰਨ ਲਈ, ਕਥਾ ਨੂੰ ਅੱਗੇ ਤੋਰਨ ਲਈ ਪਾਤਰ ਹੋਣਗੇ। ਪਾਤਰ ਆਪਣੀ ਗੱਲਬਾਤ ਰਾਹੀਂ ਵਿਸ਼ੇ ਨੂੰ, ਕਥਾ ਨੂੰ ਅੱਗੇ ਤੋਰਨਗੇ, ਉਹਨਾਂ ਦਾ ਵਾਰਤਾਲਾਪ ਹੋਏਗਾ। ਅਤੇ ਇਹ ਸਾਰੇ ਕਾਸੇ ਦੇ ਨਾਲ ਇੱਕ ਨਾਵਲ ਦੇ ਵਿੱਚ, ਕਹਾਣੀ ਦੇ ਵਿੱਚ, ਨਾਟਕ ਦੇ ਵਿੱਚ, ਇਕਾਂਗੀ ਦੇ ਵਿੱਚ ਇੱਕ ਵਾਤਾਵਰਣ ਸਿਰਜਿਆ ਜਾਏਗਾ, ਮਾਹੌਲ ਸਿਰਜਿਆ ਜਾਏਗਾ। ਕਥਾ, ਬਿਰਤਾਂਤ, ਪਾਤਰ ਅਤੇ ਵਾਰਤਾਲਾਪ ਰਾਹੀਂ ਵਾਤਾਵਰਣ ਦੀ ਸਿਰਜਣਾ ਹੁੰਦੀ ਹੈ। ਤੁਸੀਂ ਦੇਖੋ, ਜੇ 1947 ਦੀ ਦੇਸ਼ ਵੰਡ ਨਾਲ ਸੰਬੰਧਿਤ ਕੋਈ ਤੁਸੀਂ ਨਾਟਕ ਦੇਖਦੇ ਹੋ ਤਾਂ ਉਹਦੇ ਵਿੱਚ ਵਾਤਾਵਰਣ ਜਿਹੜਾ ਹੋਏਗਾ ਉਸ ਤਰ੍ਹਾਂ ਦੇ, ਜੋ ਕਤਲੋ ਗਾਰਤ ਹੋਏ, ਗਮਗੀਨ ਮਾਹੌਲ ਹੋਇਆ, ਧਾਰਮਿਕ ਕੱਟੜਤਾ, ਉਸ ਤਰ੍ਹਾਂ ਦਾ ਵਾਤਾਵਰਣ ਦਿਖਾਇਆ ਜਾਏਗਾ, ਠੀਕ ਹੈ। ਸੋ ਜਿਸ ਤਰ੍ਹਾਂ ਦਾ ਵਿਸ਼ਾ ਹੋਏਗਾ ਉਸ ਤਰ੍ਹਾਂ ਦਾ ਵਾਤਾਵਰਣ ਵੀ ਦਿਖਾਇਆ ਜਾਏਗਾ। ਉਸ ਤੋਂ ਬਾਅਦ ਹੋ ਜਾਂਦਾ ਹੈ ਸ਼ੈਲੀ। ਸ਼ੈਲੀ ਕੀ ਹੈ? ਸ਼ੈਲੀ ਹਰੇਕ ਦੀ ਵੱਖਰੀ ਹੁੰਦੀ ਹੈ, ਜਿਵੇਂ ਕਿ ਬਿਰਤਾਂਤਕ, ਡਾਇਰੀ, ਨਾਟਕੀ। ਸ਼ੈਲੀ ਸਟਾਈਲ ਹੈ। ਹੁਣ ਲਿਖਣ ਦਾ ਹਰੇਕ ਸਾਹਿਤਕਾਰ ਦਾ ਵੱਖਰਾ ਸਟਾਈਲ ਹੈ, ਸ਼ੈਲੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਈ ਲੋਕ ਕੀ ਕਰਦੇ ਆ, ਇੱਕ ਬਿਰਤਾਂਤ ਪ੍ਰਵਾਹ, ਲਗਾਤਾਰ ਕਥਾ ਪ੍ਰਵਾਹ ਚੱਲਦਾ ਰਹਿੰਦਾ, ਸ਼ੁਰੂ ਤੋਂ ਐਂਡ ਤੱਕ ਨਾਟਕ ਉਵੇਂ ਚੱਲਦਾ ਰਹਿੰਦਾ, ਨਾਵਲ ਚੱਲਦਾ ਰਹਿੰਦਾ, ਕਹਾਣੀ ਚੱਲਦੀ ਰਹਿੰਦੀ ਹੈ। ਕਈ ਡਾਇਰੀ ਸ਼ੈਲੀ ਵਿੱਚ ਲਿਖੇ ਜਾਂਦੇ ਨੇ। ਡਾਇਰੀ ਸ਼ੈਲੀ ਕੀ ਹੁੰਦੀ ਹੈ ਕਿ ਬੰਦਾ ਮਰ ਗਿਆ, ਉਹਦੀ ਮੌਤ ਦਾ ਕੀ ਕਾਰਨ ਹੈ ਪਤਾ ਨਹੀਂ ਲੱਗਦਾ, ਉਹਦੀਆਂ ਡਾਇਰੀਆਂ ਫਰੋੜੀਆਂ ਜਾਂਦੀਆਂ ਨੇ, ਕਿਤੇ ਉਹਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਸੀ, ਕਿਤੇ ਉਹ ਐਵੇਂ ਹੀ ਹਾਲਾਤਾਂ ਤੋਂ ਹਾਰ ਤਾਂ ਨਹੀਂ ਗਿਆ, ਕਿਤੇ ਉਹ ਗਲਤੀ ਤਾਂ ਨਹੀਂ ਕਰ ਬੈਠਾ। ਸੋ ਡਾਇਰੀ ਦੇ ਵਰਕੇ ਫੁੱਲੇ ਜਾਂਦੇ ਨੇ, ਡਾਇਰੀ ਸ਼ੈਲੀ ਹੋ ਗਈ। ਫਿਰ ਨਾਟਕੀ ਸ਼ੈਲੀ, ਕਈ ਚੀਜ਼ਾਂ ਕੀ ਹੁੰਦੀਆਂ ਨੇ ਕਿ ਕਿਹਨਾਂ ਦੇ ਵਿੱਚ ਡਾਇਲੋਗ ਬਹੁਤ ਜ਼ਿਆਦਾ ਹੁੰਦੇ ਨੇ, ਅਚਾਨਕ ਕੋਈ ਘਟਨਾ ਵਾਪਰ ਜਾਂਦੀ ਹੈ, ਉਹ ਨਾਟਕੀ ਸ਼ੈਲੀ ਕਹਾਉਂਦੀ ਹੈ। ਸੋ ਹਰੇਕ ਦੀ, ਲੇਖਕ ਦੀ ਲਿਖਣ ਦੀ ਸ਼ੈਲੀ ਵੱਖਰੀ ਹੁੰਦੀ ਹੈ। ਫਿਰ ਆ ਜਾਂਦਾ ਜੀ ਸਿਰਲੇਖ। ਸਿਰਲੇਖ ਕਿਹੋ ਜਿਹਾ ਹੋਣਾ ਚਾਹੀਦਾ? ਸਿਰਲੇਖ ਛੋਟਾ ਹੋਣਾ ਚਾਹੀਦਾ, ਸੁਝਾਊ ਹੋਣਾ ਚਾਹੀਦਾ, ਸੰਕੇਤਿਕ ਹੋਣਾ ਚਾਹੀਦਾ, ਹਿੰਟ ਦੇਵੇ ਪਰ ਸਾਰੀ ਕਥਾ ਬਿਆਨ ਨਾ ਕਰੇ, ਖਿੱਚ ਪਾਊ ਅਤੇ ਜਗਿਆਸਾ ਪੈਦਾ ਕਰਨ ਵਾਲਾ ਹੋਣਾ ਚਾਹੀਦਾ। ਸਿਰਲੇਖ ਇਹੋ ਜਿਹਾ ਹੋਵੇ ਜਿਹਨੂੰ ਪੜ੍ਹ ਕੇ ਸਾਡੇ ਮਨ ਵਿੱਚ ਇੱਛਾ ਪੈਦਾ ਹੋਵੇ ਕਿ ਅੰਦਰ ਕੀ ਹੋਏਗਾ, ਠੀਕ ਹੈ। ਨੋਟ, ਹੁਣ ਇੱਥੇ ਧਿਆਨ ਦਿਓ, ਪੂਰਾ ਧਿਆਨ ਦਿਓ, ਇੱਥੇ ਲੈ ਕੇ ਆਓ, ਫੋਕਸ ਕਰੋ ਇੱਧਰ। ਗਲਪ,
ਨਾਵਲ ਤੇ ਕਹਾਣੀ ਵਿੱਚ ਉਪਰੋਕਤ ਸੰਰਚਨਾਤਮਕ ਬਣਤਰ ਦੇ ਤੱਤ ਪਾਏ ਜਾਂਦੇ ਹਨ, ਜਦ ਕਿ ਨਾਟਕ ਤੇ ਇਕਾਂਗੀ ਵਿੱਚ ਰੰਗਮੰਚ ਦਾ ਵਿਸ਼ੇਸ਼ ਸਥਾਨ ਹੈ। ਹੁਣ ਆਹ ਚੀਜ਼ ਬਾਰ-ਬਾਰ ਮੈਂ ਤੁਹਾਨੂੰ ਕਹਿ ਰਿਹਾ, ਮੈਂ ਫਲੈਸ਼ ਕਰਕੇ ਤੁਹਾਨੂੰ ਕਹਿ ਰਿਹਾ, ਦੇਖੋ ਫਲੈਸ਼ ਹੋ ਰਿਹਾ ਤੁਹਾਡੇ ਸਕਰੀਨ ਤੇ। ਰੰਗਮੰਚ ਸਿਰਫ ਉਦੋਂ ਲਿਖਣਾ ਜਦੋਂ ਤੁਸੀਂ ਨਾਟਕ ਬਾਰੇ ਲਿਖਦੇ ਹੋ, ਠੀਕ ਹੈ ਜੀ। ਰੰਗਮੰਚ ਕੀ ਹੈ, ਧਿਆਨ ਦਿਓ, ਇਹ ਹੈ ਜੀ ਰੰਗਮੰਚ। ਸਟੇਜ, ਨਾਟਕ ਜਾਂ ਇਕਾਂਗੀ ਲਈ ਰੰਗਮੰਚ ਇੱਕ ਬੁਨਿਆਦੀ ਤੱਤ ਮੰਨਿਆ ਜਾਂਦਾ ਹੈ। ਇਹ ਦੋ ਕਿਸਮ ਦਾ ਹੁੰਦਾ ਹੈ, ਭੌਤਿਕ ਰੰਗਮੰਚ ਜਿਵੇਂ ਸਟੇਜ, ਮੰਚ, ਨਾਟਸ਼ਾਲਾ। ਮਾਨਸਿਕ ਰੰਗਮੰਚ ਨਾਟਕ ਇਕਾਂਗੀ ਨੂੰ ਪੜ੍ਹਦਿਆਂ ਇਹ ਸਾਡੇ ਮਨ ਦੇ ਚਿੱਤਰਪਟ ਦੇ ਉੱਤੇ ਸਾਕਾਰ ਹੁੰਦਾ ਹੈ। ਸਾਡੇ ਮਨ ਦੇ ਸੀਨ ਦੇ ਉੱਤੇ ਕੋਈ ਘਟਨਾ ਵਾਪਰਦੀ ਹੈ, ਨਾਟਕ ਦੇ ਪਾਤਰ ਚੱਲਦੇ ਫਿਰਦੇ ਦਿਖਾਈ ਦਿੰਦੇ ਨੇ, ਤਾਂ ਇਹ ਸਾਨੂੰ ਕੀ ਲੱਗਦਾ ਕਿ ਇਹ ਸਾਡੇ ਮਨ ਦੇ ਰੰਗਮੰਚ ਉੱਤੇ ਚੀਜ਼ ਵਾਪਰੀ ਹੈ। ਅਤੇ ਨਾਵਲ ਵਿੱਚ ਰੰਗਮੰਚ ਨਹੀਂ ਲਿਖਣਾ, ਕਹਾਣੀ ਵਿੱਚ ਰੰਗਮੰਚ ਨਹੀਂ ਲਿਖਣਾ, ਲੇਕਿਨ ਨਾਟਕ ਤੇ ਇਕਾਂਗੀ ਦਾ ਜੇ ਸਵਾਲ ਤੁਹਾਨੂੰ ਆਉਂਦਾ ਉਹ 'ਚ ਤੁਸੀਂ ਰੰਗਮੰਚ ਜ਼ਰੂਰ ਲਿਖਣਾ, ਕਿਉਂਕਿ ਨਾਟਕ ਤੇ ਇਕਾਂਗੀ ਵਾਸਤੇ ਰੰਗਮੰਚ ਦਾ ਤੱਤ ਜ਼ਰੂਰ ਹੋਣਾ ਚਾਹੀਦਾ। ਨਾਟਕ ਤੇ ਇਕਾਂਗੀ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਜਿਹੜੀ ਰੰਗਮੰਚ 'ਤੇ ਪੇਸ਼ ਨਾ ਕੀਤੀ ਜਾ ਸਕੇ, ਠੀਕ ਹੈ। ਕੋਈ ਅਸ਼ਲੀਲ ਜਾਂ ਲੱਚਰ ਹਰਕਤ ਜਿਹੜੀ ਹੈ ਉਹ ਰੰਗਮੰਚ ਦੇ ਪੱਖੋਂ ਸਟੇਜ 'ਤੇ ਪੇਸ਼ ਨਹੀਂ ਕੀਤੀ ਜਾ ਸਕਦੀ। ਕੋਈ ਧਾਰਮਿਕ ਕੱਟੜਤਾ ਦੀ ਚੀਜ਼ ਹੈ ਜਿਹੜੀ ਲੋਕਾਂ ਨੂੰ ਭੜਕਾਵੇ, ਉਹ ਨਹੀਂ ਪੇਸ਼ ਕੀਤੀ ਜਾ ਸਕਦੀ, ਠੀਕ ਹੈ। ਇਸੇ ਤਰ੍ਹਾਂ ਕਿਸੇ ਦਾ ਕਤਲ ਹੈ ਉਹ ਸਟੇਜ ਦੇ ਉੱਤੇ ਨਹੀਂ ਕੀਤਾ ਜਾ ਸਕਦਾ ਸੱਚਮੁੱਚ ਦੇ ਵਿੱਚ। ਸੋ ਇੱਦਾਂ ਦੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਹੜੀ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ। ਰੰਗਮੰਚ ਦੇ ਪੱਖੋਂ ਬੜਾ ਸੋਚ ਸਮਝ ਕੇ ਉਹਨੂੰ ਲਿਖਿਆ ਜਾਣਾ ਚਾਹੀਦਾ। ਸੋ ਮੈਨੂੰ ਲੱਗਦਾ ਕਿ ਇਹ ਸਾਰੇ ਤੱਤ ਤੁਹਾਨੂੰ ਹੁਣ ਤਾਈਂ ਸਮਝ ਆ ਰਹੇ ਹੋਣਗੇ। ਇੱਕ ਵਾਰੀ ਫਿਰ ਆਪਣੀ ਸਕਰੀਨ ਤੇ ਦੇਖ ਲਓ ਜੀ। ਅਸੀਂ ਨਾਵਲ ਦੀ ਬਣਤਰ, ਕਹਾਣੀ ਦੀ ਬਣਤਰ, ਨਾਟਕ ਦੀ ਬਣਤਰ ਤੇ ਇਕਾਂਗੀ ਦੀ ਬਣਤਰ ਦੀ ਗੱਲ ਕੀਤੀ ਹੈ, ਤੇ ਇਹਨਾਂ ਦੇ ਵਿੱਚ ਉਦੇਸ਼, ਵਿਸ਼ਾ, ਪਲਾਟ, ਪਾਤਰ, ਵਾਰਤਾਲਾਪ ਜਾਂ ਬੋਲੀ, ਵਾਤਾਵਰਣ, ਸ਼ੈਲੀ ਜਾਂ ਜੁਗਤ, ਸਰਲੇਖ, ਇਹ ਸਾਰਿਆਂ 'ਚ ਲਿਖਣੇ ਨੇ। ਲੇਕਿਨ ਜੇ ਨਾਟਕ ਤੇ ਇਕਾਂਗੀ ਬਾਰੇ ਸਵਾਲ ਆਵੇ ਤਾਂ ਇਹਦੇ ਵਿੱਚ ਰੰਗਮੰਚ ਨੂੰ ਜ਼ਰੂਰ ਲਿਖਣਾ, ਠੀਕ ਹੈ ਜੀ। ਇਹ ਸਾਰੇ ਪੁਆਇੰਟਸ ਆਪਾਂ ਦੁਹਰਾ ਲਏ ਨੇ। ਅਤੇ ਆਓ ਆਪਾਂ ਇੱਕ ਵਾਰ ਫਿਰ ਦੇਖ ਲਈਏ, ਨਾਵਲ ਕੀ ਸੀ, ਕਹਾਣੀ ਕੀ ਸੀ, ਨਾਟਕ ਕੀ ਸੀ ਅਤੇ ਇਕਾਂਗੀ ਕੀ ਸੀ। ਹੁਣ ਆਪਾਂ ਫਿਰ ਪਹਿਲੇ ਨੁਕਤੇ 'ਤੇ ਆ ਗਏ ਹਾਂ। ਜੇ ਤੁਹਾਨੂੰ ਸਵਾਲ ਆਵੇ ਨਾਟਕ ਦੀ ਬਣਤਰ ਉੱਪਰ ਨੋਟ ਲਿਖੋ, ਤਾਂ ਫਿਰ ਤੁਸੀਂ ਕਹਾਣੀ ਸ਼ਬਦ, ਨਾਵਲ ਸ਼ਬਦ ਜਾਂ ਇਕਾਂਗੀ ਸ਼ਬਦ ਨਹੀਂ ਵਰਤਣਾ, ਕੇਵਲ ਨਾਟਕ ਸ਼ਬਦ ਵਰਤਣਾ। ਅਤੇ ਹਰ ਜਗ੍ਹਾ ਜਿਹੜੇ ਵੀ ਬਣਤਰ ਦੇ ਪੁਆਇੰਟ ਨੇ ਉਹ ਨਾਟਕ ਦੇ ਪ੍ਰਸੰਗ ਵਿੱਚ ਹੀ ਲਿਖਣੇ ਨੇ। ਜੇ ਤੁਹਾਨੂੰ ਨਾਵਲ ਦੀ ਬਣਤਰ ਆ ਜੇ ਜਾਂ ਕਹਾਣੀ ਦੀ ਬਣਤਰ ਆ ਜੇ ਜਾਂ ਇਕਾਂਗੀ ਦੀ ਬਣਤਰ ਆ ਜੇ, ਤਾਂ ਫਿਰ ਤੁਸੀਂ ਜਿਹੜੇ ਆਪਾਂ ਪੁਆਇੰਟ ਡਿਸਕਸ ਕੀਤੇ ਨੇ, ਇਹ ਆਹ ਵਾਲੇ ਪੁਆਇੰਟ ਜਿਹੜੇ ਆ, ਇਹ ਫਿਰ ਤੁਸੀਂ ਲਿਖਣਾ, ਜਿਵੇਂ ਉਦੇਸ਼, ਵਿਸ਼ਾ ਵਗੈਰਾ। ਹੁਣ ਮੰਨ ਲਓ ਤੁਹਾਨੂੰ ਨਾਟਕ ਦੀ ਬਣਤਰ 'ਤੇ ਸਵਾਲ ਆ ਗਿਆ, ਤੁਸੀਂ ਲਿਖੋਗੇ ਉਦੇਸ਼। ਹਰ ਨਾਟਕਕਾਰ ਦਾ ਕੋਈ ਉਦੇਸ਼ ਹੁੰਦਾ ਹੈ। ਫਿਰ ਉਸ ਤੋਂ ਬਾਅਦ ਆ ਗਿਆ ਵਿਸ਼ਾ, ਤੁਸੀਂ ਲਿਖੋਗੇ ਹਰ ਨਾਟਕਕਾਰ ਆਪਣੇ ਉਦੇਸ਼ ਦੇ ਅਨੁਸਾਰ ਵਿਸ਼ਾ ਚੁਣਦਾ ਹੈ। ਇਹਦੇ 'ਚ ਤੁਸੀਂ ਕਹਾਣੀ ਜਾਂ ਨਾਵਲ ਜਾਂ ਇਕਾਂਗੀ ਦਾ ਜ਼ਿਕਰ ਨਹੀਂ ਕਰਨਾ। ਇਹ ਚਾਰੋਂ ਸਵਾਲ ਆਪਾਂ ਇੱਕੋ ਕੋਸ਼ਿਸ਼ ਦੇ ਵਿੱਚ ਸਿੱਖ ਲਏ ਨੇ ਮੋਟੇ ਤੌਰ 'ਤੇ। ਬਰੀਕੀਆਂ ਨਾਲ ਤੁਹਾਨੂੰ ਕਿਸ ਦਿਨ ਫੇਰ ਪੜ੍ਹਾ ਦਿਆਂਗੇ, ਲੇਕਿਨ ਮੋਟੇ ਤੌਰ 'ਤੇ ਆਹ ਚਾਰੋਂ ਸਵਾਲ ਆਪਾਂ ਇੱਕੋ ਜਵਾਬ ਦੇ ਵਿੱਚ ਉਹਨਾਂ ਦਾ ਸਾਰਾ ਕੁਝ ਅਸੀਂ ਸਿੱਖ ਲਿਆ ਹੈ। ਹੁਣ ਜੇ ਤੁਹਾਨੂੰ ਸਵਾਲ ਆ ਜਾਂਦਾ ਕਿ ਨਾਟਕ ਦੇ ਤੱਤਾਂ ਬਾਰੇ ਜਾਂ ਨਾਟਕ ਦੇ ਬਣਤਰ ਬਾਰੇ ਕੁਛ ਲਿਖੋ, ਤੁਸੀਂ ਲਿਖੋਗੇ ਪਲਾਟ। ਹੁਣ ਤੁਸੀਂ ਇਹ ਥੋੜ੍ਹੀ ਕਹੋਗੇ ਕਹਾਣੀ ਦਾ ਇੱਕ ਪਲਾਟ ਹੁੰਦਾ, ਤੁਸੀਂ ਕਹੋ ਨਾਟਕ ਦਾ ਇੱਕ ਪਲਾਟ ਹੁੰਦਾ ਹੈ। ਉਹਦੇ ਅਨੁਸਾਰ ਹੀ ਉਹਨੂੰ ਗੁੰਦ ਕੇ ਉਹਦੇ ਵਿੱਚ ਕਥਾ ਨੂੰ ਪੇਸ਼ ਕੀਤਾ ਜਾਂਦਾ। ਸੋ ਮੈਂ ਕਹਿਣ ਦਾ ਮਤਲਬ, ਜਿਹੜਾ ਸਾਹਿਤ ਰੂਪ ਪੁੱਛਿਆ ਗਿਆ ਉਹਦੇ ਅਨੁਸਾਰ ਤੁਸੀਂ ਇਹਨੂੰ ਢਾਲ ਲੈਣਾ। ਬਾਕੀ ਜਿਹੜੇ ਤੁਹਾਡੇ ਪੁਆਇੰਟਸ ਨੇ ਉਹ ਸਾਰੇ ਇਹੀ ਰਹਿਣਗੇ। ਸੋ ਇਹ ਹੈ ਸਾਹਿਤ ਦੇ ਰੂਪ। ਇਹਦੇ ਤਹਿਤ ਅੱਜ ਅਸੀਂ ਜਾਣਿਆ ਗਲਪ ਭਾਵ ਨਾਵਲ ਤੇ ਕਹਾਣੀ, ਅਤੇ ਨਾਟਕ ਤੇ ਇਕਾਂਗੀ ਦੀ ਬਣਤਰ ਕੀ ਹੈ। ਮੈਨੂੰ ਉਮੀਦ ਹੈ ਤੁਸੀਂ ਇਹਨੂੰ ਚੰਗੀ ਤਰ੍ਹਾਂ ਸੁਣ ਲਿਆ, ਸਮਝ ਲਿਆ ਹੋਵੇਗਾ। ਅਤੇ ਇਹ ਜਿਹੜੇ ਨੁਕਤੇ ਨੇ ਇਹਨਾਂ ਨੂੰ ਆਪਣੀਆਂ ਕਾਪੀਆਂ 'ਤੇ ਨੋਟ ਜ਼ਰੂਰ ਕਰੋ, ਅਤੇ ਇਹਨਾਂ ਦੇ ਵਿੱਚੋਂ ਜਿਹੜੇ ਛੋਟੇ ਪ੍ਰਸ਼ਨ ਪੁੱਛੇ ਜਾਣਗੇ ਉਹਨਾਂ ਨੂੰ ਵੀ ਟਿਕ ਲਗਾ ਲਓ। ਇਹਨਾਂ ਦੇ ਪੁਆਇੰਟਸ ਦੇ ਵਿੱਚੋਂ ਕੁਝ ਛੋਟੇ ਪ੍ਰਸ਼ਨ ਬਣਦੇ ਨੇ।